गुड मॉर्निंग स्टूडेंट्स। मैं आशी मित्तल ब्रेन मेकर कोचिंग क्लासेस ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਐਂਟੀਟੀ ਦੇ ਰਿਗਾਰਡਿੰਗ ਤੁਹਾਡੇ ਲਈ ਫ੍ਰੀ ਕੋਰਸ ਜਿਹੜਾ ਹੈਗਾ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਤੁਹਾਨੂੰ ਐਂਟੀਟੀ ਦੇ ਦੇਖੋ 27 ਜੂਨ ਤੁਹਾਡਾ ਐਗਜ਼ਾਮ ਹੈ, ਜਿੰਨੇ 27 ਜੂਨ ਤੱਕ ਤੁਹਾਡੇ ਮੈਕਸਿਮਮ ਟੌਪਿਕਸ ਹੋ ਸਕਦੇ ਹੋਏ ਤੁਹਾਨੂੰ ਇਸ ਚੈਨਲ ਦੇ ਉੱਪਰ ਤੁਹਾਨੂੰ ਇਹ ਟੌਪਿਕਸ ਜ਼ਰੂਰ ਮਿਲਣਗੇ। ਜਿੰਨਾ ਵੀ ਸਟੂਡੈਂਟਸ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ YouTube ਤੇ ਜਾਓ, ब्रेन मेकर कोचिंग क्लासेस एप्लीकेशन के ऊपर उन्होंने सब्सक्राइब कर लो, बेल आइकन ऑन करो ताकि तानू टाइम टू टाइम अपडेट्स मिल सकन। किसी भी तरह की प्रॉब्लम दे लई इस अकेडमी दे एमडी ऋषभ कुमार मिस्टर ऋषभ कुमार दे नंबर 9646448849 इस नंबर ते तुसी कदों भी कांटेक्ट कर सकते हो, किसी भी प्रॉब्लम का सोल्यूशन करवा सकते हो। अपना देखो लास्ट टॉपिक आपा चल रहा सीगा, अपना लास्ट टॉपिक चल रहा सीगा अर्ली चाइल्डहुड डिफॉर्मिटीज, ਜਿਹਦੇ ਵਿੱਚ ਅਸੀਂ ਪਹਿਲਾਂ ਡੀਫਾਰਮਿਟੀਜ਼ ਦੀਆਂ ਟਾਈਪ ਲਾਸਟ ਦੇ ਵਿੱਚ ਕੀਤੀਆਂ ਸੀਗੀਆਂ ਕਿ ਡੀਫਾਰਮਿਟੀਜ਼ ਨੂੰ ਆਪਾਂ ਬੇਸਿਕਲੀ ਤਿੰਨ ਤਰ੍ਹਾਂ ਦੇ ਮੰਨਦੇ ਆ। ਇੱਕ ਕੰਜੈਂਟਲ ਡੀਫਾਰਮਿਟੀਜ਼ ਦੇ ਵਿੱਚ ਆਪਾਂ ਗੱਲ ਕੀਤੀ, ਸੈਕਿੰਡ ਆਪਾਂ ਗੱਲ ਕੀਤੀ ਡਿਵੈਲਪਮੈਂਟਲ, ਥਰਡ ਐਕਵਾਇਰਡ। ਉਸ ਤੋਂ ਬਾਅਦ ਆਪਾਂ ਇਹਨੂੰ ਹੋਰ ਫਰਦਰ ਪਾਰਟਸ ਵੰਡਦੇ ਹੋਏ 6 ਤਰ੍ਹਾਂ ਦੀਆਂ ਡੀਫਾਰਮਿਟੀਜ਼ ਆਪਾਂ ਡਿਸਕਸ ਕਰ ਚੁੱਕੇ ਆ। ਹੁਣ ਆਪਾਂ ਨੈਕਸਟ ਗੱਲ ਕਰ ਰਹੇ ਆ ਨੈਕਸਟ ਡੀਫਾਰਮਿਟੀਜ਼, ਠੀਕ ਹੈ, ਨੰਬਰ 7 ਨੈਕਸਟ ਡੀਫਾਰਮਿਟੀ ਕਰਦੇ ਆ ਹੈਮੋਫੈਲੀਆ। नेक्स्ट की लिख रहे हैं अपन ਹੈਮੋਫੀਲੀਆ। देखो ये ना नाम नाल सब कुछ ध्यान नाल समझते रहियो, तानू ਇਹਦੇ एग्जाम ਦੇ ਵਿੱਚ मैं फिर कह रहा ज्यादा डिटेल ਦੇ ਵਿੱਚ ਬੱਚੇ नहीं आएगा, सिर्फ तानू बेसिकली बस इतना पता होवे कि ये चीज किदे नाल रिलेटेड है, ठीक है। जे तानू इतना भी सफिशिएंट पता है ना तो तुसी क्वेश्चन का आंसर कर लोगे। तो याद रखियो जेकर तानू क्वेश्चन आ रहा है ਹੈਮੋਫੈਲੀਆ ਇਹ ਕਿਹਦੇ ਨਾਲ ਰਿਲੇਟਡ ਹੈਗੀ ਹੈ, ਤਾਂ ਇਹ ਕਿਹਦੇ ਨਾਲ ਰਿਲੇਟਡ ਹੈਗੀ ਹੈ ਬਲੀਡਿੰਗ ਡਿਸਆਰਡਰ। ਇਹ ਕੀ ਹੈ ਬਲੀਡਿੰਗ डिसऑर्डर, ठीक है ना। ये ब्लीडिंग डिसऑर्डर, ब्लीडिंग और डिसऑर्डर देखो ਆਪਾਂ ਕਹਿੰਦੇ ਨਾ ਕਿ ਆਪਣੇ ਜਦੋਂ ਕੋਈ ਆਪਣੇ ਕੋਈ ਸੱਟ ਲੱਗ ਜਾਂਦੀ ਹੈ ਤਾਂ ਬਲੱਡ ਜਿਹੜਾ ਹੈਗਾ ਜਲਦੀ ਰੁਕ ਜਾਂਦਾ ਹੈ ਵਿਟਾਮਿਨ ਕੇ ਦੇ ਕਾਰਨ, ठीक है ना। तो इन्ना इस प्रॉब्लम ਦੇ ਵਿੱਚ ਕੀ ਹੁੰਦਾ ਹੈ ਕਿ ਜੇ ਬੱਚੇ ਨੂੰ ਕੋਈ ਸੱਟ ਲੱਗ ਜਾਂਦੀ ਹੈ, ठीक है, ਤਾਂ ਉਹਦਾ ਜਿਹੜਾ ਬਲੀਡਿੰਗ ਹੈ ਉਹਦਾ ਖੂਨ ਹੈ ਉਹ ਜਲਦੀ ਰੁਕਦਾ ਨਹੀਂ, ठीक है। ਉਹ ਬਲੀਡਿੰਗ ਜਿਹੜੀ ਹੈਗੀ ਹੈ ਉਹ ਜਲਦੀ ਬੰਦ ਨਹੀਂ ਹੁੰਦੀ, ਤਾਂ ਆਪਾਂ ਕੀ ਕਹਿੰਦੇ ਇਹਨੂੰ ਹੈਮੋਫੀਲੀਆ ਦੀ ਪ੍ਰੋਬਲਮ ਹੈ। ਇਹਦੇ ਵੀ ਦੇਖੋ ਇਹਦੇ ਵਿੱਚ ਕੀ ਹੁੰਦਾ ਜਿਹੜਾ ਬਲੱਡ ਹੈ, ਜਿਹੜਾ ਤੁਹਾਡਾ ਬਲੱਡ ਹੈ ਉਹ ਗੁਰਦਿਆਂ ਵਿੱਚ ਜਮਾ ਹੋ ਜਾਂਦਾ ਹੈ। ਗੁਰਦਿਆਂ ਵਿੱਚ ਜਿਹੜਾ ਕੀ ਹੋ ਜਾਂਦਾ ਹੈ ਬਲੱਡ ਜਿਹੜਾ ਹੈਗਾ ਹੌਲੀ ਜਮਾ ਹੋ ਜਾਂਦਾ ਹੈ, ਕੱਟ ਲੱਗਣ ਤੇ ਬਲੱਡ ਜਿਹੜਾ ਹੈਗਾ ਰੁਕਦਾ ਨਹੀਂ। ਇਹ ਬੇਸਿਕਲੀ ਦੋ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ। ਇਹ ਪ੍ਰੋਬਲਮ ਦੋ ਤਰ੍ਹਾਂ ਦੀ ਹੁੰਦੀ ਹੈ, A ਟਾਈਪ ਐਂਡ B ਟਾਈਪ। ਕਿਹੜੇ ਦੋ ਟਾਈਪਸ ਹੈਗੀਆਂ A ਟਾਈਪ ਐਂਡ B ਟਾਈਪ। A ਟਾਈਪ ਦੇ ਵਿੱਚ 8 ਫੈਕਟਰਸ ਹੁੰਦੇ ਆ, 8 ਫੈਕਟਰ ਡਿਫੈਕਟਲੀ ਬੋਲੀ ਜਾਂਦੀ ਹੈ ਇਹ। B ਟਾਈਪ ਦੇ ਵਿੱਚ 9 ਫੈਕਟਰ। बी टाइप को बोला जाता है जे 9 फैक्टर डिफेक्ट हो तो आप कहते हैं कि हेमोफीलिया दी बी टाइप है। जे ए टाइप आएगा तो मतलब कितने होंगे 8 फैक्टर डिफेक्ट। बस इतना याद कर लो, सफिशिएंट है। मेन की है ब्लीडिंग डिसऑर्डर है, ਕੱਟ ਲੱਗਣ ਤੇ ਬਲੱਡ ਰੁਕਦਾ ਨਹੀਂ। ਬਲੱਡ ਜਿਹੜਾ ਹੈਗਾ ਇਹਦੇ ਵਿੱਚ ਮੇਨ ਪ੍ਰੋਬਲਮ ਗੁਰਦਿਆਂ ਤੇ ਆਉਂਦੀ ਹੈ। ਗੁਰਦਿਆਂ ਦੇ ਵਿੱਚ ਜਿਹੜਾ ਹੈਗਾ ਬਲੱਡ ਜਿਹੜਾ ਹੈਗਾ ਉਹ ਕਲੌਟਸ ਬਣਦੇ ਰਹਿੰਦੇ ਆ, ਬਲੱਡ ਜਿਹੜਾ ਹੈਗਾ ਇਕੱਠਾ ਹੁੰਦਾ ਰਹਿੰਦਾ। ਨੈਕਸਟ नेक्स्ट आप गल कर रहे हैं FAS fetal alcohol syndrome। fetal alcohol syndrome देखो नाम तो ही तुहानू क्लियर हो रहा है कि ये प्रॉब्लम पहला ये प्रॉब्लम केड़ी है बाय बर्थ है। प्रॉब्लम की है ये प्रॉब्लम भी बाय बर्थ प्रॉब्लम है। ये प्रॉब्लम किन्ना बच्चों को होंदी है, ठीक है। फिट होंदा प्रोन, अल्कोहल होंदा ड्रिंक मतलब कोई भी ਆਪਾਂ ड्रग्स ले रहे हैं, सिंड्रोम मतलब प्रॉब्लम। ਤਾਂ ਇਹ प्रॉब्लम ਕਿੰਨਾ ਬੱਚਿਆਂ ਨੂੰ ਹੁੰਦੀ ਹੈ ਜਿਨ੍ਹਾਂ ਦੀਆਂ ਮਦਰਸ ਡਿਊਰਿੰਗ ਪ੍ਰੈਗਨੈਂਸੀ, ਜਿਨ੍ਹਾਂ ਦੀਆਂ ਮਦਰ ਡਿਊਰਿੰਗ ਪ੍ਰੈਗਨੈਂਸੀ ਜਿਹੜਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਦਾ ड्रग्स ਦਾ ਯੂਜ਼ ਕਰਦੇ ਹੈ, ठीक है। कोई ड्रिंक कर रहा है ਜਾਂ ਸਮੋਕਿੰਗ ਕਰ ਰਿਹਾ ਹੈ ਡਿਊਰਿੰਗ ਪ੍ਰੈਗਨੈਂਸੀ, ਤਾਂ ਉਹਦੇ ਕਾਰਨ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਇਹ ਪ੍ਰੋਬਲਮ ਆ ਸਕਦੀ ਹੈ। ਬੱਚਿਆਂ ਦੇ ਵਿੱਚ ਇਹ ਪ੍ਰੋਬਲਮਸ ਹੋ ਸਕਦੀ ਹੈ, ਉਹਨੂੰ ਕੀ ਕਹਿੰਦੇ ਆ ਫਿਟਲ ਐਲਕੋਹਲ ਸਿੰਡਰੋਮ, ठीक है। ਜਿਹਦੇ ਕਾਰਨ ਬੱਚੇ ਦਾ ਫੇਸ ਫਲੈਟ ਜਿਹਾ ਹੈਗਾ, ਮਾਊਥ ਫਲੈਟ ਜਿਹਾ ਹੈਗਾ,
ठीक है। इस तरह ਦੀਆਂ ਬੱਚੇ ਦੇ ਵਿੱਚ ਸਿੰਪਟਮਸ ਆਉਂਦੇ ਆ ਫਿਟਲ ਐਲਕੋਹਲ ਸਿੰਡਰੋਮ ਦੇ ਵਿੱਚ। थर्ड सॉरी ये हो गया 8। नेक्स्ट लिखो डाया डायाफैगमैटिक। नेक्स्ट लिखो डायफैगमैटिक। ठीक है। ਇਹਦੇ ਵੀ ਦੇਖੋ ਹੁਣ ਇਹ ਕਿਹਦੇ ਨਾਲ ਨੈਕਸਟ ਨਾਲ ਹੋਏਗਾ ਨਾ, ਨਾਲ ਕੀ ਹੈ ਹਰਨੀਆ, ਨਾਲ ਕੀ ਲਿਖਿਆ ਜਾਏਗਾ ਹਰਨੀਆ। और हरनिया की ਹੁੰਦਾ है ਪਹਿਲਾਂ ਤੁਹਾਨੂੰ ਹਰਨੀਆ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ। ਹਰਨੀਆ ਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਡੇ ਬਾਡੀ ਦੇ ਵਿੱਚ ਕੋਈ ਹੋਲ ਹੋ ਗਿਆ, ਕੋਈ ਛੇਦ ਹੋ ਗਿਆ ਜਿਹਦੇ ਚੋਂ ਚੀਜ਼ਾਂ ਤੁਹਾਡੀਆਂ ਬਾਹਰ ਆ ਰਹੀਆਂ, ਅੰਦਰਲੇ ਜਿਹੜੇ ਤੁਹਾਡੇ ਆਰਗਨਸ ਹੈ, ठीक है, ਜਿਹੜੇ ਤੁਹਾਡੇ ਇੰਟਰਨਲੀ ਆਰਗਨਸ ਹੈ ਉਹ ਬਾਹਰ ਆ ਰਹੇ ਹੈ, ਤਾਂ ਆਪਾਂ ਕਹਿੰਦੇ ਆ ਹਰਨੀਆ ਦੀ ਪ੍ਰੋਬਲਮ ਹੈ। डायाफिगमैटिक ਦਾ ਮਤਲਬ ਕੀ ਹੁੰਦਾ ਹੈ ਕਿ ਉਹ ਚੀਜ਼ ਜਿਹੜੀ ਆਪਾਂ ਨੂੰ ਛਾਤੀ ਤੇ ਪੇਟ ਦੇ ਜਿਹੜਾ ਆਪਣਾ ਚੀਜ਼ ਨੂੰ ਜੋੜ ਰਹੀ ਹੈ, ਜਿਹੜੀ ਆਪਣਾ ਛਾਤੀ ਵਾਲਾ ਪਾਰਟ ਹੈ ਤੇ ਆਪਣਾ ਪੇਟ ਵਾਲਾ ਪਾਰਟ ਹੈ, ਜਿਹੜੀ ਚੀਜ਼ ਇਹਨੂੰ ਜੋੜ ਰਹੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ डायाफिगमैटिक। ਕਲੀਅਰ। ਤਾਂ ਹੁਣ डायाफिगमैटिक ਹਰਨੀਆ ਦੀ ਗੱਲ ਹੋ ਰਹੀ ਹੈ, ਤਾਂ ਦੈਟ ਮੀਨਸ ਇੱਥੇ ਨਾ ਕਿਤੇ ਕੋਈ ਹੋਲ ਦੀ ਗੱਲ ਹੋਏਗੀ। ਠੀਕ ਹੈ। ਤਾਂ ਆਪਣੇ ਹੋਲ ਦੀ ਗੱਲ ਹੋ ਰਹੀ ਹੈ, ਤਾਂ ਇਹਦੇ ਵਿੱਚ ਦੇਖੋ ਕੀ ਹੁੰਦਾ ਹੈ ਕਿ ਆਪਣਾ ਛਾਤੀ ਤੇ ਪੇਟ ਜਿਹੜਾ ਇਹਨੂੰ ਜੋੜ ਰਿਹਾ ਇਹਦੇ ਵਿਚਕਾਰ, ਮਤਲਬ ਇਹ ਵੀ ਇੱਕ ਪ੍ਰੋਸੈਸ ਹੈ ਕਿ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਜਦੋਂ ਆਪਾਂ ਕਲੈਫਟ ਲਿਫਟ ਕੀਤਾ ਸੀਗਾ, ਕਲੈਫਟ ਪੈਲਟ ਕੀਤਾ ਸੀਗਾ, ਕਿ ਇੱਕ ਪ੍ਰੋਸੈਸ ਹੈ, ਇਹ ਪ੍ਰੋਸੈਸ ਨੇ ਪੂਰਾ ਹੋਣਾ ਸੀ, ਪੂਰਾ ਨਹੀਂ ਹੋਇਆ। ਉਸੇ ਤਰ੍ਹਾਂ ਇਹਦੇ ਵਿੱਚ ਵੀ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਪ੍ਰੋਸੈਸ ਇਹ ਪੂਰਾ ਜਿਹੜਾ ਹੈਗਾ ਕਵਰ ਹੋਣਾ ਸੀਗਾ, ਠੀਕ ਹੈ, ਇਹਨੂੰ ਜਿਹੜਾ ਪ੍ਰੋਪਰਲੀ ਬੰਦ ਹੋਣਾ ਸੀਗਾ, ਪਰ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਦੇ ਕਾਰਨ, ਕਿਸੇ ਵੀ ਰੀਜ਼ਨ ਦੇ ਕਾਰਨ ਕੀ ਬਣ ਗਿਆ, ਇੱਕ ਹੋਲ ਬਣ ਗਿਆ। ਕੀ ਬਣ ਗਿਆ? ਇੱਕ ਹੋਲ ਬਣ ਗਿਆ। ਠੀਕ ਹੈ। ਕਿੱਥੇ ਬਣ ਗਿਆ? ਛਾਤੀ, ਆਪਣਾ ਜਿਹੜੀ ਛਾਤੀ ਚੈਸਟ ਵਾਲਾ ਪਾਰਟ ਹੈ ਤੇ ਪੇਟ, ਇਹਦੇ ਵਿਚਕਾਰ ਜਿਹੜਾ ਹੈਗਾ ਕੋਈ ਹੋਲ ਬਣ ਗਿਆ। ਹੁਣ ਦੇਖੋ ਆਟੋਮੈਟਿਕਲੀ ਹੈ ਕਿ ਕਿਤੇ ਵੀ ਆਪਣੇ ਕੋਈ ਹੋਲ ਬਣ ਰਿਹਾ ਹੈ ਤਾਂ ਨਿਚਲੇ ਚੀਜ਼ਾਂ ਉਹਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੀਆਂ, ਆਪਣੇ ਆਰਗਨਸ ਜਿਹੜੇ ਹੈਗੇ ਆ ਉਹਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੇ। ਤਾਂ ਇਹਦੇ ਵਿੱਚ ਵੀ ਆਪਾਂ ਕੀ ਗੱਲ ਕਰਦੇ ਹਾਂ ਕਿ ਉਸ ਆਰਗਨ ਰਾਹੀਂ, ਆਪਣੇ ਉਸ ਹੋਲ ਰਾਹੀਂ ਆਪਣੇ ਜਿਹੜੇ ਸਾਰੇ ਆਰਗਨਸ ਹੈ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ। ਡਿਊਰਿੰਗ ਪ੍ਰੈਗਨੈਂਸੀ ਦੀ ਗੱਲ ਕਰ ਰਹੇ ਹਾਂ। ਦੂਸਰੀ ਗੱਲ, ਇਹਦੇ ਵਿੱਚ ਨਾ ਆਪਣੇ ਉੱਪਰ ਇੱਕ ਜਿਹੜੀ ਪ੍ਰੋਟੈਕਟਿਵ ਲੇਅਰ ਹੁੰਦੀ ਹੈ, ਪ੍ਰੋਟੈਕਟਿਵ ਸੈਕ ਬਣੀ ਹੁੰਦੀ ਹੈ। ਇਸ ਪ੍ਰੋਬਲਮ ਡਾਇਫਿਗਮੈਟਿਕ ਹਰਨੀਆ ਦੇ ਵਿੱਚ ਇਹ ਜਿਹੜੀ ਪ੍ਰੋਟੈਕਟਿਵ ਲੇਅਰ ਹੈਗੀ ਹੈ ਇਹ ਵੀ ਉਸ ਦੀ ਹੈਲਪ ਨਹੀਂ ਕਰਦੀ, ਇਹ ਵੀ ਉਸ ਚੀਜ਼ ਨੂੰ ਪ੍ਰੋਟੈਕਟ ਨਹੀਂ ਕਰ ਪਾਉਂਦੀ। ਠੀਕ ਹੈ। ਤਾਂ ਆਪਾਂ ਕੀ ਕਹਿੰਦੇ ਆ, ਬੱਚੇ ਨੂੰ ਕਾਦੀ ਪ੍ਰੋਬਲਮ ਆ, ਬੱਚੇ ਨੂੰ ਪ੍ਰੋਬਲਮ ਕਾਦੀ ਇਸ ਤਰ੍ਹਾਂ ਦਾ ਹੋਲ ਹੋ ਰਿਹਾ ਹੈ, ਡਾਇਫਿਗਮੈਟਿਕ हर्निया। कादी है डायाफिगमैटिक हर्निया। नेक्स्ट क्लियर हो गया ना, फैटल एल्कोहल सिंड्रोम क्लियर हो गया कि ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਪ੍ਰੋਬਲਮਸ ਕੀ ਫੈਟਲ ਐਲਕੋਹਲ ਸਿੰਡਰਮ ਦੇ ਵਿੱਚ ਕੀ ਹੁੰਦਾ ਹੈ ਕਿ ਜਿਨ੍ਹਾਂ ਦੀਆਂ ਮਦਰਸ ਜਿਹੜੀਆਂ ਹੈਗੀਆਂ ਪ੍ਰੈਗਨੈਂਸੀ ਦੇ ਟਾਈਮ ਜਿਹੜੀਆਂ ਡਰਿੰਕਸ ਕਰਦੇ ਆ, ਠੀਕ ਹੈ, ਜਦ ਕੋਈ ਵੀ ਤਰ੍ਹਾਂ ਦਾ ਨਸ਼ਾ ਲੈਂਦੇ ਆ। नेक्स्ट है न्यूरल ट्यूब डिफेक्ट। देखो न्यूरल ट्यूब का मतलब की हो गया कि ना अपने एक जिहड़ा हैगा न्यूरल टॉर होंदे है, न्यूरल टॉर बनते हैं। ठीक है। जिहड़ा मतलब न्यूरल टॉर बनना सीगा, ठीक है, थोड़ा जिहा मेडिकल लैंग्वेज तुहानूं समझा रहे हैं, टॉर बनना सी पर किसी ना किसी रीजन के कारण, ठीक है, ये बंद हो गया किसी ना किसी कारण। जिहड़ा बाद विच इहने की है एक ट्यूब दा, इसने टोर ने एक ट्यूब दा जिहड़ा रूप लेना सीगा, पर किसी ना किसी रीजन के कारण वो जिहड़ा टोर है वो बंद हो गया। ठीक है। मतलब जिहड़ा बंद नहीं, खुला रह गया। बंद हो जाता ट्यूब बन जाती, ठीक है ना, बंद हो जाता तो ट्यूब बन जानी सी। इहदे विच की हो गया, वो जिहड़ा होल है वो खुला रह गया, जिहदे कारण बच्चों नूं, जिहदे कारण एक प्रॉपर ट्यूब नहीं बन पाई, जिहदे कारण बच्चों नूं अलग-अलग तरीके की प्रॉब्लम का सामना करना पैंदा है। पहली प्रॉब्लम इहदे विच किहड़ी आंदी है, इहदे विच पहली प्रॉब्लम रिलेटेड आंदी है अपने माइंड दी। ठीक है ना, पहली प्रॉब्लम इहदे नाल रिलेटेड आंदी है अपने माइंड दे, ते दूसरी प्रॉब्लम रिलेटेड आंदी है अपने बैक साइड दे। ठीक है ना, अपने बॉडी का जिहड़ा बैक वाला हिस्सा, एक ਉਹਦੇ ਨਾਲ ਸੰਬੰਧਿਤ प्रॉब्लम्स आंदियां, एक ਜਿਹੜਾ ਹੈਗਾ अपने मेंटली ਲੈਵਲ ਦੀਆਂ प्रॉब्लम्स भी ਇਹਦੇ ਰਿਲੇਟਡ ਬੱਚਿਆਂ ਨੂੰ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਸਾਹਮਣਾ ਕਰਨਾ ਪੈਂਦਾ। ਮੇਨ ਗੱਲ ਸਮਝ ਗਏ ਕਿ ਇਹ ਜਿਹੜੀ ਹੈਗੀ ਹੈ ਟਿਊਬ ਹੈ, मतलब ਇੱਕ ਟਿਊਬ ਜਿਹੜੀ ਬਾਡੀ ਦੇ ਵਿੱਚ ਬਣਨੀ ਸੀ ਪਰ ਉਹ ਟਿਊਬ ਨਹੀਂ ਬਣੀ, ਖੁੱਲੀ ਰਹਿ ਗਈ, ਜਿਹਦੇ ਕਾਰਨ ਟਿਊਬ ਨਹੀਂ ਬਣ ਪਾਈ, ਜਿਹਦੇ ਕਾਰਨ ਬੱਚੇ ਨੂੰ ਦੋ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਏਗਾ, ਇੱਕ ਮੈਂਟਲੀ, ਇੱਕ ਆਪਣੇ ਬਾਡੀ ਦੇ बैक साइड वाली ਦਾ। ठीक है। ਇਹਦੀ ਕਿਹੜੀ प्रॉब्लम्स हो सकती हैं?
एनइनसेफेली, फर्स्ट की है एनइनसेफेली, एन मतलब तुहानू पहले क्या सी एब्सेंट, पहले तुहानू पहले क्या सी किहदे नाल गल हो रही है, माइंड की गल हो रही है, ठीक है। तो दैट मीनस ਇਹਦੇ ਵਿੱਚ ਤੁਹਾਨੂੰ नॉर्मली समझो, ਤੁਹਾਨੂੰ ना एक होर करवाऊंगा माइक्रोसेफेली। माइक्रोसेफेली का मतलब क्या हो गया, माइक्रो मतलब छोटा, ठीक है ना, अपन नाल ही कर लांगे वो भी, अलग तो इसे नाल ही कर लो। माइक्रोसेफेली का मतलब की है, माइक्रो मतलब की स्मॉल, ए दा पार्ट नहीं हैगा बच्चे, पर ए इहदे नाल मिलदा जुलदा है, ठीक है। पहले का मतलब की हो गया अपना दिमाग वाला पार्ट, माइंड, ठीक है। तो माइक्रोसेफेली ਦੇ ਵਿੱਚ ਵੀ ਆਪਾਂ ਕੀ ਗੱਲ ਕਰਦੇ ਆ ਕਿ ਉਹਦਾ ਜਿਹੜਾ ਮਾਈਂਡ ਹੈ, ਜਦੋਂ ਬੱਚਾ ਪ੍ਰੈਗਨੈਂਸੀ ਪੀਰੀਅਡ ਦੇ ਵਿੱਚ ਹੈਗਾ, ਜਿਹੜਾ ਉਹਦਾ ਮਾਈਂਡ ਹੈ, ਜਿਹੜਾ ਉਹਨੇ ਡਿਵੈਲਪ ਹੋਣਾ ਸੀਗਾ, ਠੀਕ ਹੈ, ਜਿਹੜਾ ਉਹਨੇ ਮਾਈਂਡ ਡਿਵੈਲਪ ਹੋਣਾ ਸੀ, ਸਿਰ ਬਣਨਾ ਸੀਗਾ, ਉਹ ਜਿਹੜਾ ਹੈਗਾ ਮਾਈਂਡ ਡਿਵੈਲਪ ਨਹੀਂ ਹੋ ਪਾਇਆ, ਜਿਹਦੇ ਕਾਰਨ ਉਹਦਾ ਜਿਹੜਾ ਸਿਰ ਹੈ, ਠੀਕ ਹੈ, ਉਹ ਕੀ ਰਹਿ ਗਿਆ, ਛੋਟਾ ਰਹਿ ਗਿਆ, ਸਮਾਲ ਇਨ ਸਾਈਜ਼। ਦੇਖੋ ਕਰਾਈਨੋ ਦੇ ਵਿੱਚ ਆਪਾਂ ਖੋਪੜੀ ਦੀ ਗੱਲ ਕੀਤੀ ਹੈ कि 2 साल तक प्रोसैस पूरा होना सी, ये आप गल कर रहे हैं ड्यूरिंग प्रेगनेंसी। तो इन्हां चीज़ों दे विच कन्फ्यूजन क्रिएट ना करियो, इनू ध्यान नाल चीज़ नूं समझ लियो कि क्वेश्चन पूछा की जा रहा है, किस रिलेटेड पूछा जा रहा है। जे उन्होंने इस टॉपिक दे विचों तुहानूं कन्फ्यूज करना होया, ठीक है, तो तुहानूं जिहड़े नियर डियर वाले हैगे ना कि माइक्रोसेफेली किहड़े हो गए या पॉइंट्स किहड़े हो गए या न्यूरल ट्यूब डिफेक्ट की हो गया, ਇਹਦੇ ਵਿੱਚ ਤੁਹਾਨੂੰ ਕਨਫਿਊਜ਼ ਜੇ ਕਰਨਾ ਹੋਇਆ ਕਨਫਿਊਜ਼ਨ ਤਾਂ ਇਹਦੇ ਵਿੱਚ ਕਰਨਗੇ, नहीं तो मैं ਤੁਹਾਨੂੰ ਕਹਿ ਰਿਹਾ ਕਿ ਇਹਦੇ ਵਿੱਚ ਤੁਹਾਨੂੰ ਬਹੁਤ ਹੀ ਸਿੰਪਲ ਕੁਐਸਚਨ ਆਏਗਾ, ठीक है, बिल्कुल सिंपल तरह की कोई प्रॉब्लम होएगी, जस्ट ਤੁਹਾਨੂੰ ਪੁੱਛਿਆ ਜਾਏਗਾ ਕਿ ਇਹ ਜਿਹੜੀ ਪ੍ਰੋਬਲਮ ਹੈ ਇਹ ਕਿਹਦੇ ਨਾਲ ਸੰਬੰਧਿਤ ਹੈ, ਤੁਸੀਂ ਇਹਨੂੰ ਕਿਹਦੇ ਨਾਲ ਜੋੜ ਸਕਦੇ ਹੋ, ਇਹ ਪ੍ਰੋਬਲਮ ਦਾ ਸੰਬੰਧ ਕਿਹੜੀ ਪ੍ਰੋਬਲਮ ਨਾਲ ਹੈ, ठीक है, बॉडी ਦੇ ਕਿਹੜੇ ਐਸਪੈਕਟਸ ਨਾਲ ਹੈਗਾ, ਕਿਹੜੇ ਪਾਰਟਸ ਨਾਲ ਹੈਗਾ, क्लियर। चलो ये तो हो गया माइक्रोसेफेली, स्मॉल अपना जो है सिर जो है प्रॉपर डेवलप नहीं हो पाया, छोटा सिर होता ना कई बच्चों का, ठीक है, सिर बहुत छोटा रह जाता है, उन्होंने केड़ी प्रॉब्लम कहने हैं, माइक्रोसेफेली। जी आज एनइनसेफेली, ਇਹਦਾ मतलब ਕੀ ਹੁੰਦਾ ਹੈ ਕਿ ਬੱਚੇ ਦਾ ਦਿਮਾਗ ਹੈ ਹੀ ਨਹੀਂ, ਬਿਲਕੁਲ ਐਬਸੈਂਟ, ਵਿਕਸਿਤ ਹੀ ਨਹੀਂ ਹੋਇਆ, ਪ੍ਰੋਪਰ ਜਮਾ ਹੀ ਵਿਕਸਿਤ ਨਹੀਂ ਹੋਇਆ, ਤਾਂ ਉਹਨੂੰ ਆਪਾਂ ਕੀ ਕਹਾਂਗੇ, ਐਨਇਨਸੇਫੇਲੀ। ਸੈਕਿੰਡ नेक्स्ट आप सेकंड टाइप की आंदे एनसेफेलिकॉल। देखो कॉल का मतलब ਇਹਦਾ मतलब ਜਿੰਦਾ ਬੁਲਬੁਲਾ ਕਿ ਬੁਲਬੁਲੇ ਬਣ ਗਏ, ਇਹਦਾ मतलब ਜਿੱਥੇ ਕॉल ਆ ਜੇ ਤਾਂ ਇਹਦਾ मतलब ਕੀ ਹੁੰਦਾ ਹੈ, ਬੁਲਬੁਲਾ ਕਿ ਉਹਦੇ ਬੁਲਬੁਲੇ ਬਣ ਰਹੇ, ਜਿਵੇਂ ਫੋੜਾ ਨਹੀਂ ਕਹਿੰਦੇ ਆਪਾਂ, ਉਸ ਤਰ੍ਹਾਂ ਦਾ ਉਹਨੂੰ ਆਪਾਂ ਕਹਿੰਦੇ ਆ, ਠੀਕ ਹੈ। ਤਾਂ ਇਨਸੇਫੇਲੀ ਦਾ मतलब ਤੁਹਾਨੂੰ ਪਹਿਲੇ ਦੱਸ ਕੇ ਹਟੇ ਕਿ ਰਿਲੇਟਡ ਜਿਹਦੇ ਨਾਲ ਹੈ, ਮਾਈਂਡ ਨਾਲ ਹੈ, ठीक है। तो दैट मीनस की हो गया कि ਉਹਦੇ ਸਿਰ ਦੇ ਵਿੱਚ ਜਿਹੜਾ ਉਹਦੇ ਮਾਈਂਡ ਦੇ ਵਿੱਚ ਜਿਹੜੇ ਕੋਈ ਬੁਲਬਲੇ ਪੈਦਾ ਹੋ ਰਹੇ ਆ, ਜਾਂ ਜਿਹੜਾ ਆਪਾਂ ਕਹਿੰਦੇ ਨਾ ਕਿ ਫੋੜੇ ਵਾਂਗੂ ਆਪਾਂ ਕਹਿ ਸਕਦੇ ਹਾਂ, ਬੁਲਬਲੇ ਹੋ ਰਹੇ ਆ, ਫੋੜੇ ਵਾਂਗੂ ਪੈਦਾ ਹੋ ਰਹੇ ਆ, ਤਾਂ ਉਹ ਕਿਹਦੇ ਵਿੱਚ ਆਏਗਾ, ਇਨਸੇਫੇਲੀ ਦੇ ਵਿੱਚ ਆਏਗਾ। ਠੀਕ ਇਹਦੇ ਨਾਲ ਦੇਖੋ ਹੋਰ ਬੜੀ ਨੇੜਲੀ ਮਿਲਦੀ ਜੁਲਦੀ ਹੈਗੀ ਹੈ ਪ੍ਰੋਬਲਮ, ਥਰਡ ਪਾਰਟ ਦਾ ਆਪਾਂ ਇਹਦਾ ਕਹਿ ਸਕਦੇ ਹਾਂ इनिनसेफेली, ठीक है। इनिनसेफेली देखो हुणे दे विच भी माइंड दी गल आएगी, ठीक है, पर इहदे विच देखो की हुंदा है, इहदे विच जिहड़ा की हुंदा है कि ऑक्सीपिटल डिफॉर्मिटी ना, ऑक्सीपिटल डिफॉर्मिटीज दे कारण ते मनकियां दी प्रॉब्लम दे कारण, ठीक है ना, मनकियां दी प्रॉब्लम। हुण मनकियां बारे तुहानूं मैं जो स्पाइना बिफाडा करवाऊंगा तो तुहानूं मनकियां बारे थोड़ा समझाऊंगा, क्योंकि स्पाइना बिफाडा मनकियां दे विच हुंदा है, ठीक है। तो मैं तुहानूं समझाऊंगा, पर थोड़ा जिहा हुण समझ लो कि ये जिहड़ा हैगा अपने ऑक्सीपिटल दे डिफेक्ट दे कारण ते मनकियां दी प्रॉब्लम दे कारण इहदे विच की हुंदा है कि जिहड़ी बच्चे दी गर्दन है ना वो ऊपर वाल नूं रह जांदी है। इहदे विच की हुंदा है बच्चों की जिहड़ी गर्दन है वो की है ऊपर वाल नूं ही रह जांदी है, बच्चा सिर्फ इस तरह ही देख पांदा है। तो ओनू आपां की कहने आ कि इहदी प्रॉब्लम है इनसेफेली, ठीक है। हुण इन्हां दा रीजन की हो सकदा है, जेकर देखो मदर थोड़ा होर दस रहा कि जेकर इहदा रीजन की हो सकता है, ज्यादा कोई मदर की हिस्टरी होवे, बैकग्राउंड होवे, फैमिली बैकग्राउंड होवे, या मदर की कोई हिस्टरी होवे, या मदर कोई मेडिसिन ले रही है, मतलब मान लो कोई दौरे पै रहे मदर नूं, दौरे पै रहे, दौरे पैण लई किहड़ी मेडिसिन लई जांदी है वो भी देख लो। फिनेटोन ते वेलपोरेट, ये दोनों किहदे लई लित्ते जांदे आ, मदर जे दौरे पैंदे किसी नूं, किसी बच्चे नूं, ठीक है, या किसी मदर नूं, ते जेकर ये मेडिसिन मदर लै रही है तो इस प्रॉब्लम नूं सही करन लई, जे मतलब प्रॉब्लम सही करन लई सब तो पहला उन्हां दे इस मेडिसिन नूं बंद कीता जांदा,
ठीक है। ਇਹਦੇ ਮੁਕਾਬਲੇ ਉਹਨਾਂ ਨੂੰ ਜਿਹੜਾ ਹੈਗਾ ਫੋਲਿਕ ਐਸਿਡ ਜਿਹੜਾ ਹੈਗਾ ਜ਼ਿਆਦਾ ਤੋਂ ਜ਼ਿਆਦਾ ਦਿੱਤਾ ਜਾਂਦਾ ਹੈ ਤਾਂ ਕਿ ਇਸ ਪ੍ਰੋਬਲਮ ਨੂੰ ਠੀਕ ਕੀਤਾ ਜਾ ਸਕੇ। ਨੈਕਸਟ क्लियर हो गया न्यूक्लियर ट्यूब समझ गए आप तुसी। देखो ਆਪਾਂ ਜਿਹੜੀਆਂ ਪ੍ਰੋਬਲਮਸ ਤੁਹਾਨੂੰ ਕਰਵਾ ਰਹੇ ਹਾਂ ਸ਼ਾਇਦ ਉਹ ਤੁਹਾਨੂੰ ਡਾਕਟਰ ਬਣਾਉਣਾ ਚਾਹੁੰਦੇ ਆ, ਠੀਕ ਹੈ ਨਾ। ਇੰਨੀਆਂ ਕੁ ਪ੍ਰੋਬਲਮਸ ਤੁਸੀਂ ਕਰਕੇ ਤੁਸੀਂ ਅਜੇ ਇਨਕਲੂਸਿਵ ਐਜੂਕੇਸ਼ਨ ਪ੍ਰੋਬਲਮਸ ਵੀ ਕਰੋਗੇ, ठीक है। ਤੁਸੀਂ ਹੁਣ ਵੀ ਪ੍ਰੋਬਲਮਸ ਕਰ ਰਹੇ ਹੋ, ਅੱਧੇ ਡਾਕਟਰ ਤਾਂ ਬਣ ਜਾਓਗੇ, ਬਿਮਾਰੀਆਂ ਲੱਭਣ ਜੋਗੇ ਤਾਂ ਹੋ ਜਾਓਗੇ ਕਿ ਜੀ ਪ੍ਰੋਬਲਮ ਹੈ ਕੀ, ਬਸ ਇਲਾਜ ਕਰਵਾ ਲਿਓ। ਤਾਂ ਇਹ ਨਾ ਹੋਵੇ ਕਿ ਇਲਾਜ ਵੀ ਤੁਸੀਂ ਆਪ ਕਰਨ ਲੱਗ ਜਾਓ ਫਿਰ ਔਖਾ ਹੋ ਜਾਏਗਾ ਕੰਮ। ਜੇ ਟੀਚਰਸ ਵੀ ਇਲਾਜ ਕਰਨ ਲੱਗੇ ਤਾਂ ਫਿਰ ਡਾਕਟਰ ਕੀ ਕਰਨਗੇ। हाँ जी सिस्टमैटिक ऑस्टियोआर्थ्राइटिस ਇਹਦਾ ਮਤਲਬ ਦੇਖੋ ਕੀ ਹੁੰਦਾ ਹੈ। ਇਹਦਾ ਮਤਲਬ ਇਹਦੇ ਵਿੱਚ ਇਹ ਪ੍ਰੋਬਲਮ ਦੇ ਵਿੱਚ ਕੀ ਹੁੰਦਾ ਹੈ, ਇਹ ਬੜੀ ਇੰਟਰਸਟਿੰਗ ਜੀ ਪ੍ਰੋਬਲਮ ਵੀ ਕਹਿ ਸਕਦੇ ਹੋ ਕਿ ਇਹਦੇ ਵਿੱਚ ਪਹਿਲੀ ਗੱਲ ਹੈ ਬੱਚੇ ਨੂੰ ਫੀਵਰ ਹੁੰਦਾ ਹੈ, ਠੀਕ ਹੈ। ਕੀ ਹੁੰਦਾ ਹੈ ਬੱਚੇ ਨੂੰ, ਕੀ ਹੁੰਦਾ ਹੈ ਫੀਵਰ ਹੁੰਦਾ ਹੈ। ਉਹ ਜੇ ਡਾਕਟਰ ਕੋਲ ਜਾਂਦਾ ਹੈ ਉਹ ਡਾਕਟਰ को ਐਕਸਪਲੇਨ ਕਿਵੇਂ ਕਰੇਗਾ ਬਿਮਾਰੀ ਨੂੰ। ਇਹਦੇ ਵਿੱਚ ਉਹ ਕੀ ਕਰੇਗਾ ਕਿ ਜੀ ਮੈਨੂੰ ਸਵੇਰ ਬਹੁਤ ਜ਼ਿਆਦਾ ਬੁਖਾਰ ਚੜਦਾ ਹੈ, ठीक है, शाम को आके ठीक हो जाता है, अगले दिन फिर जाके बुखार चढ़ जाता है, अगले दिन ठीक हो जाता है। पहला कंडीशन। दूसरा ਇਹਦੇ ਵਿੱਚ ਘੱਟੋ ਘੱਟ 1.5 ਮੰਥ ਇਹ ਪ੍ਰੋਸੈਸ ਘੱਟੋ ਘੱਟ 1.5 ਮੰਥ ਤੋਂ ਚੱਲ ਰਿਹਾ ਹੋਵੇਗਾ ਤਾਂ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚੇ ਨੂੰ ਇਸ ਚੀਜ਼ ਨਾਲ ਰਿਲੇਟਡ ਪ੍ਰੋਬਲਮ ਹੈ, ਇਹਦਾ ਸੋਲੂਸ਼ਨ ਕਰਨ ਦੀ ਲੋੜ ਹੈ, ਠੀਕ ਹੈ। 1.5 ਮਹੀਨਾ 2 ਹਫ਼ਤੇ ਤੋਂ ਕਹਿ 2 ਵੀਕ ਤੋਂ ਲੈ ਕੇ 1 ਮੰਥ ਕਹਿ ਲਓ ਜ਼ਰੂਰ, ਠੀਕ ਹੈ। 2 ਹਫ਼ਤਿਆਂ ਤੋਂ ਲੈ ਕੇ 1 ਮੰਥ ਤੱਕ ਤੁਸੀਂ ਕਹਿ ਸਕਦੇ ਹੋ ਕਿ ਬੱਚੇ ਨੂੰ ਜਿਹੜਾ ਹੈਗਾ ਫੀਵਰ ਚੜ ਰਿਹਾ ਹੈ। नेक्स्ट आप गल कर रहे हैं कि गर्म हो गया डाउन नेक्स्ट आप गल कर रहे हैं डाउन सिंड्रोम। नेक्स्ट ਅਸੀਂ ਕਿਹਦੀ ਗੱਲ ਕਰ ਰਹੇ ਹਾਂ डाउन सिंड्रोम। ਹੁਣ ਦੇਖੋ डाउन सिंड्रोम ਤੁਸੀਂ ਸੁਣਿਆ ਹੋਵੇਗਾ। ਆਪਾਂ ਗੱਲ ਕਿਹਦੀ ਕਰਦੇ ਹਾਂ डाउन सिंड्रोम ਤੋਂ ਪਹਿਲਾਂ ਆਪਾਂ ਗੱਲ ਕਿਹਦੀ ਕਰਦੇ ਹਾਂ, ਆਪਾਂ ਗੱਲ ਕਰਦੇ ਹਾਂ ਕ੍ਰੋਮੋਸੋਮਸ ਦੀ। किसकी गल करते हैं क्रोमोसोम्स की। हम तुहानू क्रोमोसोम्स बारे तो पता ही है, ठीक है, कि अपनी बॉडी दे विच दो टोटल क्रोमोसोम्स कितने होंदे हैं 46 होंदे हैं, ठीक है। टोटल पेयर कितने होंदे हैं 23 पेयर होंदे हैं, ठीक है। हुण तुहानू क्रोमोसोम नू ये भी पता होना चाहिए कि क्रोमोसोम नू आपां दो पार्ट्स वंडदे हां, ऑटोसोम्स ते 6 क्रोमोसोम। क्लियर। ऑटोसोम्स कितने होंदे हैं 0 ਤੋਂ ਲੈ ਕੇ ਜਿਹੜੇ 22 पेयर है ਇਹਨੂੰ ਕੀ ਬੋਲਿਆ ਜਾਂਦਾ ਹੈ ऑटोसोम्स। सेक्स क्रोमोसोम ਕਿਹੜਾ ਹੁੰਦਾ ਹੈ 23rd। ਜੇ 23rd पेयर मतलब ਜੇ ਕੁਐਸਚਨ ਆਏਗਾ ਕਿ ਤੁਹਾਡਾ ਕਿਹੜਾ पेयर ਹੈ ਜਿਹੜਾ ਤੁਹਾਡਾ ਜੈਂਡਰ ਡਿਸਾਈਡ ਕਰਦਾ ਹੈ ਤਾਂ ਕਿਹੜਾ पेयर ਹੈ ਉਹ 23rd पेयर ਇਹ ਜਿਹੜਾ पेयर ਹੈ ਜਿਹੜਾ ਤੁਹਾਡਾ ਜੈਂਡਰ ਡਿਸਾਈਡ ਕਰਦਾ ਹੈ ਕਿ ਲੜਕਾ ਪੈਦਾ ਹੋਏਗਾ ਕਿ ਲੜਕੀ। ਹੁਣ ਇਹ ਹੁੰਦਾ ਕੀ ਹੈ ਕ੍ਰੋਮੋਸੋਮ XX XY। ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਚੱਲ ਰਿਹਾ ਹੋਵੇਗਾ कि सर सानू दसी डाउन सिंड्रोम करा रहे हैं, करवा सानू डाउन सिंड्रोम रहे हैं, ठीक है, 10 सानू क्रोमोसोम्स बारे रहे हैं, तो इहदे नाल की संबंधित है। तो बच्चे याद रखो, इस चीज नू ध्यान च रखना है कि जिहड़ी डाउन सिंड्रोम की प्रॉब्लम है पहला तो जेनेटिक प्रॉब्लम है, क्लियर। सेकंड ये प्रॉब्लम किहदे कारण हुंदी है, एक क्रोमोसोम्स दे मिसमैच दे कारण ही हुंदी है कि जदों अपना एक जिहड़ा पेयर दे विच 21st पेयर दे विच एक नहीं 21st ਜਿਹੜਾ ਹੈਗਾ ਉਹਦੇ ਉਸ ਪੇਅਰ ਦੇ ਵਿੱਚ ਜਦੋਂ ਆਪਣਾ ਇੱਕ ਕ੍ਰੋਮੋਸੋਮ ਐਕਸਟਰਾ ਬਣ ਜਾਏ, ਜਦੋਂ ਆਪਣਾ ਇੱਕ ਕ੍ਰੋਮੋਸੋਮ ਐਕਸਟਰਾ ਬਣ ਜਾਏ ਤਾਂ ਉਹਦੇ ਵਿੱਚ ਬੱਚੇ ਨੂੰ ਕਿਹੜੀ ਪ੍ਰੋਬਲਮ ਆਏਗੀ ਡਾਊਨ ਸਿੰਡਰੋਮ। ਹੁਣ ਦੇਖੋ ਕ੍ਰੋਮੋਸੋਮ ਹੁੰਦੇ ਕੀ ਹੈ ਤਾਂ XX ਕਿਹਦਾ ਹੈ ਮਦਰ, XY ਕਿਹਦਾ ਹੈ ਫਾਦਰ। ਤਾਂ ਹੋਣਾ ਕੀ ਸੀ ਇੱਕ ਇਧਰੋਂ ਆ ਰਿਹਾ ਸੀ ਇੱਕ ਇਧਰੋਂ ਆ ਰਿਹਾ, ਇੱਕ ਇਧਰੋਂ ਆ ਰਿਹਾ ਇੱਕ ਇਧਰੋਂ ਆ ਰਿਹਾ, ਇੱਕ ਇਧਰੋਂ ਆ ਰਿਹਾ ਇੱਕ ਇਧਰੋਂ ਆ ਰਿਹਾ, ਇੱਕ ਇਧਰੋਂ ਆ ਰਿਹਾ ਇਧਰੋਂ ਆ ਰਿਹਾ। ਮੰਨ ਲਓ ਮੈਂ ਕਹਾਂ ਇਹ 21st ਹੈ ਸੌਰੀ 20th है, ये 21st है, 22nd है, ये 23rd है, ठीक है। चलो ये तो देखो एक नॉर्मल है। अब हम देखो पहली गल हुन पैदा कौन होएगा गर्ल, क्योंकि 23rd पेयर की है XX है, दैट मीन पैदा की हो रही है गर्ल। जे XY हुंदा तां की पैदा होना सी बॉय, पहली गल। दूसरा हुन इस जेड़ा आ क्रोमोसोम दा पेयर है, ये जेड़ा पेयर है 21st पेयर ਇਹਦੇ ਵਿੱਚ ਕੀ ਹੁੰਦਾ ਹੈ ਜਾਂ ਤਾਂ ਇਹ ਐਜ਼ ਇਟ ਇਜ਼ ਆ ਗਿਆ ਤੇ ਇਧਰੋਂ ਇੱਕ ਆ ਗਿਆ ਤੇ ਜਾਂ ਇਧਰੋਂ ਇੱਕ ਆ ਗਿਆ ਇਹ ਐਜ਼ ਇਟ ਇਜ਼ ਆ ਗਿਆ, मतलब ਇਹ पेयर ਇੱਕ ਐਕਸਟਰਾ ਬਣ ਜਾਏਗਾ, ठीक है। ਪਰ ਜੇਕਰ ਮੈਂ ਕਹਾਂ ਕਿ ਡਾਊਨ ਸਿੰਡਰਮ ਵਾਲੇ ਪਰਸਨ ਦੇ ਵਿੱਚ ਟੋਟਲ ਕ੍ਰੋਮੋਸੋਮ ਕਿੰਨੇ ਹੋਣਗੇ ਤਾਂ ਕਿੰਨੇ ਹੋਣਗੇ 47 पेयर। बच्चे कई बच्चे गलती ये कर देंगे है
क्यों लिखते हैं ਤੁਹਾਨੂੰ क्वेश्चन आता है कंफ्यूज करने ਲਈ क्वेश्चन आ जाता है कि डाउन सिंड्रोम ਵਿੱਚ टोटल पेयर कितने होंगे ਤਾਂ ਬੱਚੇ ਕੀ ਲਿਖ ਦਿੰਦੇ 24 ਤਾਂ पेयर नहीं ਵਧਦਾ ਬੱਚੇ पेयर ਦੇ ਵਿੱਚ ਇੱਕ ਕ੍ਰੋਮੋਸੋਮ ਦੀ ਕਾਊਂਟਿੰਗ ਵਧਦੀ ਹੈ पेयर ਤਾਂ 23 ਹੀ ਰਹਿੰਦੇ ਹੈ ठीक है ना तो जे टोटल आएगा तो 47 लिखांगे जे आएगा पेयर तो 23 ही लिखांगे ऑटोसोम्स ਕਿਹੜੇ ਹੁੰਦੇ ਆ 0 ਤੋਂ ਲੈ ਕੇ 22 ਜਿਹੜੇ ਕਾਮਨ ਹੁੰਦੇ ਆ ਬॉयਜ਼ ਐਂਡ ਗਰਲਸ ਦੇ ਵਿੱਚ ਬੇਸਿਕਲੀ 6 ਕ੍ਰੋਮੋਸੋਮ ਕਿਹੜਾ ਹੁੰਦਾ 23rd ਜਿਹੜਾ ਤੁਹਾਡਾ ਜੈਂਡਰ ਡਿਸਾਈਡ ਕਰਦਾ ਠੀਕ ਹੈ ਤਾਂ ਇਹਦੇ ਵਿੱਚ ਆ 21st ਕ੍ਰੋਮੋਸੋਮ ਦੇ ਵਿੱਚ ਜਿਹੜਾ ਹੈਗਾ ਪ੍ਰੋਬਲਮ ਆ ਜਾਂਦੀ ਹੈ ਇਹਨੂੰ ਨਾ ਟ੍ਰਾਈਸੋਮੀ ਇਸੇ ਕਰਕੇ ਦੇਖੋ ट्राई मतलब तीन ਇਹਨੂੰ ट्राइसोमी भी बोल ਦਿੰਦੇ ਆ ट्राइसोमी 21 भी बोल ਦਿੰਦੇ ਆ ਇਹ ਕਿਉਂ ਬੋਲ ਦਿੰਦੇ ਆ ਇੱਕ ਪੇਅਰ ਦੇ ਐਕਸਟਰਾ ਦੇ ਕਾਰਨ ਕਿ ਇੱਕ ਨਵਾਂ ਪੇਅਰ ਇਹਦੇ ਵਿੱਚ ਐਕਸਟਰਾ ਐਡ ਹੋ ਜਾਂਦਾ ਹੈ ਜਿਹਦੇ ਕਾਰਨ ਇਹਨੂੰ ਕੀ ਬੋਲ ਦਿੰਦੇ ਆ ट्राई मतलब तीन ट्राइसोमी 21 मतलब 21st ਜਿਹੜਾ ਪੇਅਰ ਹੈ ਉਹ ਕੀ ਹੋ ਜਾਂਦਾ ਹੈ ਇੱਕ ਐਕਸਟਰਾ ਬਣ ਜਾਂਦਾ ਹੈ ਹੁਣ ਇਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਇਹਦੇ ਵਿੱਚ ਬੱਚੇ ਨੂੰ ਮੇਨਲੀ ਪ੍ਰੋਬਲਮ ਕੀ ਆਉਂਦੀ ਹੈ ਬੱਚੇ ਦੀ ਫਿਜ਼ੀਕਲ ਜਿਹੜੀ ਡਿਵੈਲਪਮੈਂਟ ਹੈ ਉਹ ਕੀ ਹੋ ਜਾਂਦੀ ਹੈ ਸਲੋ ਹੋ ਜਾਂਦੀ ਹੈ ਕੀ ਹੋ ਜਾਂਦੀ ਹੈ ਫਿਜ਼ੀਕਲ ਡਿਵੈਲਪਮੈਂਟ ਸਲੋ ਹੋ ਜਾਂਦੀ ਹੈ नेक्स्ट जो भी पॉइंट्स देखो कितने नंबर पे आगे देख लियो नेक्स्ट अपन गल कर रहे हैं स्पाइना बिफाडा देखो स्पाइना कित्थों बने स्पाइनल कोड तो रीढ़ दी हड्डी ठीक है स्पाइना बिफाडा कित्थों बनया वर्ड रीढ़ दी हड्डी मतलब ਇਹਦੇ ਵਿੱਚ ਬੱਚੇ ਨੂੰ ਪ੍ਰੋਬਲਮ ਕਿੱਥੇ ਹੈ ਰੀढ़ ਦੀ ਹੱਡੀ ਦੇ ਵਿੱਚ ਪ੍ਰੋਬਲਮ ਹੈ ठीक है एक्चुअल च देखो ਹੁੰਦਾ ਕੀ ਹੈ ਆਪਣੇ ਰੀੜ ਦੀ ਹੱਡੀ ਆਪਣੇ ਜਿਹੜੇ ਮਣਕੇ ਹੈ ਬਾਡੀ ਦੇ ਵਿੱਚ ਜਿਹੜੇ ਮਣਕੇ ਹੈ ਉਹਦੇ ਵਿੱਚ ਹੁੰਦਾ ਹੈ ਸਪਾਈਨਾ ਬਿਫਾਡਾ ਹੁਣ ਜਿਹੜੇ ਬੱਚਿਆਂ ਨੂੰ ਇਹਦੇ ਵਿੱਚ ਮਤਲਬ ਕੀ ਹੁੰਦਾ ਹੈ ਇਹਦੇ ਵਿੱਚ ਵੀ ਬੱਚੇ ਜਿਹੜੇ ਉਹ ਸਪਾਈਨਾ ਬਿਫਾਡਾ ਦੇ ਵਿੱਚ ਬੁਲਬੁਲੇ ਬਣ ਜਾਂਦੇ ਆ ਫੋੜਾ ਟਾਈਪ ਬਣ ਜਾਂਦਾ ਹੈ ਪਰ ਇਹ ਜਿਹੜੀ ਪ੍ਰੋਬਲਮ ਹੈ ਇਹ ਦਿਖਾਈ ਨਹੀਂ ਦਿੰਦੀ ਕਿਉਂ ਕਿਉਂਕਿ ਇਹ ਸਪਾਈਨਾ ਬਿਫਾਡਾ ਮਣਕਿਆਂ ਦੇ ਵਿੱਚ ਹੈ ਜਿਹੜੇ ਮਣਕੇ ਹੈ ਜਿਹੜੇ ਸਪਾਈਨਾ ਬਿਫਾਡਾ ਹੈਗਾ ਉਹ ਪ੍ਰੋਪਰਲੀ ਡਿਵੈਲਪ ਨਹੀਂ ਹੋਏ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਹੈਗਾ ਉਹ ਰਹਿ ਗਿਆ ਕੀ ਨਾਮ ਹੈ ਆਪਾਂ ਕਹਿੰਦੇ ਬੁਲਬੁਲੇ ਬਣ ਗਏ ਪਰ ਉਹਨੂੰ ਸਪਾਈਨਲ ਕੋਰਡ ਤੋਂ ਬਾਹਰ ਨਹੀਂ ਆ ਰਹੇ ਮਣਕਿਆਂ ਚੋਂ ਬਾਹਰ ਨਹੀਂ ਆ ਰਹੇ ਮਣਕੇ ਉਹਨੂੰ ਕਵਰ ਕਰ ਰਹੇ ਹੈ ਇਸ ਕਰਕੇ ਇਹ ਪ੍ਰੋਬਲਮ ਦਿਖਾਈ ਨਹੀਂ ਦਿੰਦੀ ਇਸ ਕਰਕੇ ਪ੍ਰੋਬਲਮ ਕੀ ਹੈ ਦਿਖਾਈ ਨਹੀਂ ਦਿੰਦੀ ਠੀਕ ਹੈ ਜਦੋਂ ਇਹ ਜਿਹੜੇ ਮਣਕੇ ਹੈਗੇ ਆ ਜਿਹੜੇ ਤੁਸੀਂ ਕਹਿੰਦੇ ਹੋ ਕਿ ਕੋਰਸ ਹੈਗੇ ਜਿਹੜੇ ਬੁਲਬੁਲੇ ਹੈਗੇ ਆ ਉਹ ਵਧਣ ਲੱਗ ਜਾਣ ਜ਼ਿਆਦਾ ठीक है ਤੇ ਮਣਕਿਆਂ ਨੂੰ ਇਫੈਕਟਡ ਕਰਨ ਲੱਗ ਜਾਣ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਜੀ ਬੱਚੇ ਨੂੰ ਕਾਹਦੀ ਪ੍ਰੋਬਲਮ ਹੈ ਸਪਾਈਨਾ ਬਿਫਾਡਾ ਦੀ ਪ੍ਰੋਬਲਮ ਹੈ ਕਿਹੜੀ ਪ੍ਰੋਬਲਮ ਹੈ ਬੱਚੇ ਨੂੰ ਸਪਾਈਨਾ ਬਿਫਾਡਾ नेक्स्ट मिसलाइंड ब्रोकन बोन्स देखो ਇਹਦੇ ਵਿੱਚ ਕੀ ਹੁੰਦਾ ਹੈ ਇਹਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਡੀ ਕੋਈ ਹੱਡੀ ਟੁੱਟ ਗਈ ਸੀ ਤੁਹਾਡੀ ਕੋਈ ਹੱਡੀ ਜਿਹੜੀ ਹੈਗੀ ਹੈ ਟੁੱਟ ਗਈ ਸੀ ਤੁਸੀਂ ਜੜਵਾ ਲਈ ਪਰ ਉਹ ਜਦੋਂ ਸਹੀ ਤਰੀਕੇ ਨਾਲ ਨਾ ਜੁੜੇ ਟੇਢੀ ਜੁੜ ਗਈ ਥੋੜੀ ਜੀ ਵਿੰਗ ਪੈ ਗਿਆ ਠੀਕ ਹੈ ਤਾਂ ਜਦੋਂ ਸਹੀ ਤਰੀਕੇ ਨਾਲ ਨਾ ਜੁੜੇ ਤਾਂ ਉਦੋਂ ਆਪਾਂ ਕਹਿੰਦੇ ਆ ਕਿ ਬੱਚੇ ਨੂੰ ਇਹ ਵਾਲੀ ਪ੍ਰੋਬਲਮ ਹੈ नेक्स्ट नेक्स्ट है साइरोसाइलिया बड़े डिफिकल्ट नेम है थोड़े टॉपिक्स विच ऐड किए गए हैं कदे ये ना होवे कि पेपर दे विच डिफिकल्ट नेम्स नु दे के भुल ही जाओ ठीक है ना किसी भी तरह तुहानू क्वेश्चन रिलेट करके आ सकता है तो पहला तैयार रहो प्रिपेयर रहो कि तुहानू तुसी क्वेश्चन नु अटेम्प्ट किवें करना है देखो कई बच्चों का ना एक क्वेश्चन आता होंदा है विचों दी कई कमेंट्स आ जाता है या मैसेज आता बच्चों दे कि सर पेपर औखा आएगा कि सौखा आएगा कुछ नहीं पता सौखा आएगा कि औखा आएगा पर तुसी तैयारी इस लेवल की करो कि जे सौखा है तो कर ही लोगे जे औखा भी आ गया तो भी तुसी पेपर नु अटेम्प्ट आसानी नाल कर सको ठीक है तो हुण देखो समझो ध्यान नाल साइरो का मतलब देखो की हुंदा है फ्लूइड नु बोलिया जांदा है कि कोई फ्लूइड है कोई फ्लूइड है ठीक है ते जेड़ा साइलिया ਇਹਦਾ मतलब ਕੀ ਹੁੰਦਾ ਹੈ ਕੋਈ ਨਿਊਰਲ ਟਿਸ਼ੂ ਇਹਦੇ ਵਿੱਚ ਦੇਖੋ ਕੀ ਹੁੰਦਾ ਹੈ ਜਦੋਂ ਮੈਡੂਲਾ ਤੇ ਬੋਨ ਦੇ ਵਿੱਚ ਜਿਹੜਾ ਹੈਗਾ ਕੋਈ ਫਲੂਇਡ ਨਿਕਲਣਾ ਸ਼ੁਰੂ ਹੋ ਜੇ ਜਿਹੜਾ ਆਪਣਾ ਮੈਡੂਲਾ ਹੈਗਾ ਬਾਡੀ ਦਾ ਤੇ ਆਪਣੀ ਜਿਹੜੀਆਂ ਬੋਨਸ ਹੈਗੀਆਂ ਹੱਡੀਆਂ
ਉਹਦੇ ਵਿੱਚੋਂ ਕੋਈ ਫਲੂਇਡ ਜਿਹੜਾ ਹੈਗਾ ਇਨਫਲੂਐਂਸ ਹੋਣ ਲੱਗ ਜੇ ਤਾਂ ਆਪਾਂ ਉਦੋਂ ਕੀ ਬੋਲਦੇ ਆ ਕਿ ਬੱਚੇ ਨੂੰ ਪ੍ਰੋਬਲਮ ਕਰਦੀ ਹੈ ਸਾਇਰੋਸਾਈਲੀਆ। ਕਾਦੀ ਪ੍ਰੋਬਲਮ ਹੈ? ਸਾਇਰੋਸਾਈਲੀਆ ਦੀ ਬੱਚੇ ਨੂੰ ਪ੍ਰੋਬਲਮ ਹੈ। ਨੈਕਸਟ नेक्स्ट है आर्थोराइटिस। नेक्स्ट की प्रॉब्लम की आप गल कर रहे हैं आर्थोराइटिस। आर्थो का संबंधित देखो आप जो आर्थो डॉक्टर को जाने तो आर्थो के डॉक्टर होंगे जॉइंट्स का, तो केड़ा होंगे जॉइंट का। तो आर्थोराइटिस का मतलब की होंगे, ਇਹਦਾ मतलब की होंगे गठिया। इन्ना इन शॉर्ट ਆਪਾਂ ਬੱਚਿਆਂ ਦੇ ਵਿੱਚ ਗਠੀਏ ਦੀ ਪ੍ਰੋਬਲਮ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਆਪਾਂ ਬੇਸਿਕਲੀ ਕੀ ਬੋਲ ਸਕਦੇ ਹਾਂ ਕਿ ਬੱਚਿਆਂ ਨੂੰ ਗਠੀਏ ਦੀ ਪ੍ਰੋਬਲਮ ਹੈ, ਜਿਹਦੇ ਕਾਰਨ ਬੱਚਿਆਂ ਦੇ ਜੁਆਇੰਟਸ ਬਹੁਤ ਦਰਦ ਹੁੰਦੇ ਆ, ਜਿਹਦੇ ਕਾਰਨ ਬੱਚਿਆਂ ਦੇ ਜਿਹੜੇ ਜੁਆਇੰਟਸ ਬਹੁਤ ਦਰਦ ਹੁੰਦੇ ਆ ਤੇ ਇਹ ਦਰਦ ਲਗਾਤਾਰ ਹੋਏ ਨੂੰ ਮਹੀਨੇ ਤੋਂ 2 ਮਹੀਨੇ ਤੱਕ ਹੋ ਗਏ ਹੁੰਦੇ ਆ। ਇਹਦਾ ਮਤਲਬ ਜਦੋਂ ਆਪਾਂ ਕਹਿੰਦੇ ਨਾ ਕਿ ਰੀਜ਼ਨ ਜਦੋਂ ਡਾਇਗਨੋਸ ਕਰਦੇ ਉਹ ਹੈ, ਪਹਿਲਾ ਉਹਦੇ ਜਿਹੜੇ ਜੋੜਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੋਏਗਾ, ਠੀਕ ਹੈ। ਸੈਕਿੰਡ ਜਿਹੜਾ ਹੈਗਾ ਇਸ ਦਰਦ ਨੂੰ ਹੋਏ ਨੂੰ ਕਾਫੀ ਟਾਈਮ ਹੋ ਗਿਆ ਹੋਏਗਾ, ਮਤਲਬ ਮਹੀਨਾ ਤੋਂ 2 ਮਹੀਨੇ। ਇਹ ਜਿਹੜੀ ਪ੍ਰੋਬਲਮ ਹੈ 16 ਸਾਲ ਤੋਂ ਪਹਿਲਾਂ ਇਹ ਜਿਹੜੀ ਪ੍ਰੋਬਲਮ ਹੈ 16 ਸਾਲ ਤੋਂ ਪਹਿਲਾਂ ਜਿਹੜੀ ਹੈਗੀ ਹੈ ਸਾਹਮਣੇ ਆ ਜਾਂਦੀ ਹੈ। ਜਿਹੜੀ ਪ੍ਰੋਬਲਮ ਹੈ 16 ਸਾਲ ਤੋਂ ਪਹਿਲਾਂ ਬੱਚੇ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਨੂੰ ਜੋੜਾਂ ਦੇ ਵਿੱਚ ਦਰਦ ਹੈ। ਨੈਕਸਟ एसोफिगल एट्रीशिया। एसोफिगल देखो एसोफिगल की होंगे ਤੁਹਾਡੀ फूड ट्यूब ਨੂੰ ਬੋਲਿਆ ਜਾਂਦਾ ਹੈ। एसोफिगल ਕਿਹਨੂੰ ਬੋਲਿਆ ਜਾਂਦਾ ਹੈ? फूड ट्यूब ਨੂੰ ਬੋਲਿਆ ਜਾਂਦਾ ਹੈ, ठीक है। एट्रीशिया ਦਾ मतलब ਕੀ ਹੁੰਦਾ ਹੈ? एब्सेंट। एट्रीशिया ਦਾ मतलब देखो ਕੀ ਮੰਨਿਆ ਜਾਂਦਾ ਹੈ ਕਿ एब्सेंट है, ठीक है। ਹੁਣ ਦੇਖੋ ਇਹ ਕੀ ਹੈ, ਇਹਦੇ ਵਿੱਚ ਜਿਹੜੀਆਂ ਹੈਗੀਆਂ ਇਹਦੇ ਵਿੱਚ ਜਿਹੜੀ ਤੁਹਾਡੀ ਖਾਣ ਪੀਣ ਵਾਲੀ ਟਿਊਬਸ ਹੈ, ठीक है। ਮੰਨ ਲਓ ਮੈਂ ਕਹਾਂ ਆ ਜਿਹੜੀ ਟਿਊਬ ਸਾਡੀ ਜਾ ਰਹੀ ਹੈ, ठीक है। ਇਹਦੇ ਵਿੱਚ ਜਿਹੜਾ ਹੈਗਾ ਕੋਈ ਬ੍ਰੇਕ ਮਤਲਬ ਜਿਹੜੀ ਇਹਨੇ ਚੀਜ਼ ਨੇ ਸਿੱਧਾ ਥੱਲੇ ਜਾਣਾ ਸੀਗਾ, ਇੱਥੇ ਜਿਹੜਾ ਹੈਗਾ ਕੋਈ ਕੱਟ ਲੱਗ ਗਿਆ ਜਾਂ ਕਿਸੇ ਕਾਰਨ ਜਿਹੜੀ ਇਹ ਟਿਊਬ ਹੈ ਬੰਦ ਹੋ ਗਈ, ਠੀਕ ਹੈ। ਹੁਣ ਇਹ ਬੰਦ ਹੋ ਗਈ ਤਾਂ ਉਹਨੂੰ ਕਿਹੜੀ ਪ੍ਰੋਬਲਮ ਕਹਾਂਗੇ? ਐਸੋਫਿਗਲ ਐਟਰੀਸ਼ੀਆ। ਕਿਹੜੀ ਪ੍ਰੋਬਲਮ ਕਹਾਂਗੇ? ਐਸੋਫਿਗਲ ਐਟਰੀਸ਼ੀਆ। ਇਹ ਫੂਡ ਜਿਹੜੀ ਟਿਊਬਸ ਹੈ ਉਹਦੇ ਬੰਦ ਹੋਣ ਨਾਲ ਸੰਬੰਧਿਤ ਹੈ। ਹੁਣ ਤੁਸੀਂ ਆਪ ਸੋਚੋ ਕਿ ਮੰਨ ਲਓ ਆ ਜਿਹੜੀ ਟਿਊਬ ਜਾ ਰਹੀ ਹੈ ਮੇਰੀ, ਠੀਕ ਹੈ, ਆ ਟਿਊਬ ਜਾ ਰਹੀ ਇੱਥੇ ਜਾ ਕੇ ਬੰਦ ਹੋ ਜੇ ਤਾਂ ਹੁਣ ਕੀ ਹੋਏਗਾ? ਜਿਹੜਾ ਕੁਝ ਮੈਂ ਖਾਊਂਗਾ ਇੱਥੇ ਇਕੱਠਾ ਹੋ ਜਾਏਗਾ, ठीक है, नीचे जाएगा ही नहीं। जो जे कोई वे होएगा, जे कोई होल होएगा ਤਾਂ ਹੀ ਉਹ ਚੀਜ਼ ਥੱਲੇ ਜਾਏਗੀ। ਤਾਂ ਇਹਦੇ ਵਿੱਚ ਤਾਂ ਮੇਰਾ ਹੋਲ ਬੰਦ ਹੀ ਹੋ ਗਿਆ, ਤਾਂ ਮੇਰਾ ਸਾਰਾ ਜਿਹੜਾ ਮੈਂ ਕੁਝ ਖਾ ਰਿਹਾ ਜਿਹੜਾ ਕੁਝ ਮੈਂ ਕਰਾਂਗਾ ਉਹ ਸਾਰਾ ਮੇਰਾ ਕੀ ਹੈ ਉੱਪਰ ਜਿਹੜਾ ਹੈਗਾ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ। ਕੀ ਹੋ ਜਾਏਗਾ? ਉੱਪਰ ਜਿਹੜਾ ਹੈਗਾ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ, ਜਿਹਦੇ ਕਰਕੇ ਮੈਨੂੰ ਬਰੀਥਿੰਗ ਪ੍ਰੋਬਲਮ ਹੋਏਗੀ, ਜਿਹਦੇ ਕਰਕੇ ਮੈਨੂੰ ਬਰੀਥਿੰਗ ਪ੍ਰੋਬਲਮ ਹੋਏਗੀ, ਜਿਹਦੇ ਕਰਕੇ ਮੇਰੀ ਜਿਹੜੇ ਹੈਗੇ ਲੰਗਸ ਜਿਹੜੇ ਹੈਗੇ ਇਫੈਕਟਡ ਹੋਣੇ ਸ਼ੁਰੂ ਹੋ ਜਾਣਗੇ। ਤਾਂ ਉਹ ਇਹਦੇ ਵਿੱਚ ਜਿਹੜੀ ਹੈਗੀ ਪ੍ਰੋਬਲਮ ਆਣੀ। ठीक है, माइक्रोस्फेली तो बच्चे करवाई इतना, ठीक है। नेक्स्ट लिखो मस्कुलर डायट्रॉफी। मस्कुलर का मतलब क्या हो गया? मसल्स। मस्कुलर डायट्रॉफी का मतलब क्या? देखो मस्कुलर मतलब मसल्स रिलेटेड, मसल्स नाल संबंधित है, ठीक है। डिस्ट्रॉफी का मतलब की होता है जेनेटिक डिफेक्ट। ਇਹਦਾ मतलब की होता है जेनेटिक डिफेक्ट, मतलब जन्म तो ही कोई प्रॉब्लम हैगी है, ठीक है। ਇਹਦੇ ਵਿੱਚ ਦੇਖੋ ਕੀ ਹੁੰਦਾ ਹੈ ਕਿ ਬੱਚਿਆਂ ਦੇ ਜਿਹੜੇ ਮਸਲਸ ਹੈ ਉਹਦੇ ਵਿੱਚ ਕੋਈ ਨਾ ਕੋਈ ਕਾਰਨ ਕੋਈ ਵੀ ਨਿਊਟ੍ਰੀਸ਼ਨ ਦੇ ਕਾਰਨ, ਜੀਨਸ ਦੇ ਕਾਰਨ ਜਾਂ ਕੋਈ ਓਵਰਵੇਟ ਚੱਕਰ ਦੇ ਕਾਰਨ ਕਿ ਉਹਦਾ ਕੋਈ ਨਾ ਕੋਈ ਮਸਲ ਵੀਕ ਰਹਿ ਗਿਆ, ठीक है। कोई ना कोई मसल वीक रह गया, कमजोर रह गया या डिक्रीज हो रहा है, ठीक है। तो ये प्रॉब्लम ਇਹਦੇ ਵਿੱਚ ਆਏਗੀ। ਹੁਣ ਮਸਲ ਪ੍ਰੋਬਲਮ ਆ ਰਹੀ ਹੈ, ਕਮਜ਼ੋਰ ਹੈ, ਤਾਂ ਮੈਨੂੰ ਕੋਈ ਚੀਜ਼ ਚੱਕਣ 'ਚ ਪ੍ਰੋਬਲਮ ਆਏਗੀ, ਮੈਨੂੰ ਵੀਕਨੈਸ ਫੀਲ ਹੋਏਗੀ, ਠੀਕ ਹੈ। ਤਾਂ ਮੇਰਾ ਪੇਟ ਜਿਹੜਾ ਹੈਗਾ ਬਾਹਰ ਨੂੰ ਜਿਹੜਾ ਨਿਕਲਣਾ ਸ਼ੁਰੂ ਹੋ ਜਾਏਗਾ, ਕਿਸੇ ਵੀ ਰੀਜ਼ਨ ਕਰਕੇ ਹੋ ਸਕਦਾ ਹੈ, ਠੀਕ ਹੈ। ਕਿ ਇਹ ਆਪਣੇ ਕਿਸੇ ਵੀ ਬਾਡੀ ਦੇ ਪਾਰਟ ਨੂੰ ਜਿਹੜਾ ਹੈਗਾ ਕੀ ਹੈ ਇਫੈਕਟ ਕਰ ਸਕਦਾ ਹੈ। ਤਾਂ ਇਹ ਯਾਦ ਰੱਖਿਓ। ਨੈਕਸਟ ओम्फेलोसील।
नेक्स्ट है ओम्फेलोसील। देखो ये ओम्फेलोसील बिल्कुल सेम डायाफ्रिगमैटिक हर्निया ਦੇ ਵਾਂਗ ਹੀ ਹੁੰਦਾ ਹੈ, ਸਿਰਫ ਫਰਕ ਕਿੰਨਾ ਹੁੰਦਾ ਹੈ ਕਿ ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਪ੍ਰੋਟੈਕਟਿਵ ਸੈਕ ਉਹਨੂੰ ਕਵਰ ਨਹੀਂ ਕਰਦੀ, ਪਰ ਇਹਦੇ ਵਿੱਚ ਪ੍ਰੋਟੈਕਟਿਵ ਸੈਕ ਜਿਹੜੀ ਹੈਗੀ ਹੈ ਉਸ ਚੀਜ਼ ਨੂੰ ਕਵਰ ਕਰਦੀ ਹੈ, ਇਸ ਜਿਹੜੀ ਹੈਗੀ ਹੈ ਉਸ ਚੀਜ਼ ਨੂੰ ਕਵਰ ਕਰਦੀ ਹੈ। ਇਹ ਵੀ ਪ੍ਰੋਬਲਮ ਕੀ ਹੁੰਦੀ ਹੈ ਡਿਊਰਿੰਗ ਪ੍ਰੈਗਨੈਂਸੀ ਹੁੰਦੀ ਹੈ। ਇਹਦੇ ਵਿੱਚ ਦੇਖੋ ਆਪਾਂ ਕਿਸ ਚੀਜ਼ ਦੀ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜਾ ਹੈਗਾ ਪੇਟ ਉਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਹੋਲ ਰਹਿ ਜਾਂਦਾ ਹੈ, ठीक है, ਜਿਹੜਾ ਨਾਰਮਲ ਇੰਸੈਸਟਾਈਨ ਹੁੰਦੀ ਹੈ ਨਾ ਉਹਦੇ ਵਿੱਚ ਕਿਸੇ ਨਾ ਕਿਸੇ ਰੀਜ਼ਨ ਕਾਰਨ ਕੋਈ ਹੋਲ ਰਹਿ ਜਾਂਦਾ ਹੈ ਜਿਹਦੇ ਵਿੱਚੋਂ ਚੀਜ਼ਾਂ ਬਾਹਰ ਆਣੀਆਂ, ਆਰਗਨਸ ਬੱਚੇ ਦੇ ਬਾਹਰ ਆਣੇ ਸ਼ੁਰੂ ਹੁੰਦੇ ਆ, ਪਰ ਇਸ ਵਿੱਚ ਉਹ ਪ੍ਰੋਟੈਕਟਿਵ ਸੈਕ ਜਿਹੜੀ ਹੈਗੀ ਹੈ ਉਹ ਬੱਚਿਆਂ ਨੂੰ ਪ੍ਰੋਟੈਕਟ ਕਰਦੀ ਹੈ, ਉਹ ਉਸ ਚੀਜ਼ ਨੂੰ ਥੋੜਾ ਜਿਹਾ ਬਚਾਉਣ ਦੇ ਵਿੱਚ ਕੀ ਹੈ ਹੈਲਪ ਕਰ। ਪਰ ਇਸ ਵਿੱਚ ਇਹ ਚੀਜ਼ ਯਾਦ ਰੱਖਿਓ कि इस विच उस पार्ट की गल हो रही है, वो ट्यूब की गल हो रही है जिहड़ी चीज मदर के पेट दे नाल बच्चे का पेट दे नाल मदर की जुड़ी हुंदी है, उस पार्ट दे प्रॉब्लम की गल हो रही है। क्लियर? इहदे विच जां तां जिहड़ी वो सील है वो जिहड़ी वो जां तां छोटी रहेगी, ठीक है, जां उहदे विच कोई ना कोई होल आ जाए जिहदे कारण बच्चे दे जिहड़े कुछ ऑर्गन्स है वो की आ रहे हैं, वो की हो रहे हैं वो बाहर निकलते हैं। नेक्स्ट बस दो रह गए बच्चे, इन्हू समझ लो। नेक्स्ट समझ लो, बहुत इंपॉर्टेंट है, अपर लिम्ब एंड लोअर लिम्ब। देखो अपर लिम्ब, जेकर अपर लिम्ब आवे याद रखना है, अपर का मतलब अपर वाला पार्ट, लिम्ब मतलब आर्म्स की गल हो रही है, ठीक है। लोअर लिम्ब आवे तो याद रखियो की गल हो रही है, लेग्स की गल हो रही है, ये तुहानू याद रखना पड़ेगा। बस इतना याद रख लो कि जेकर अपर लिम्ब है तो मतलब बच्चे की आर्म्स के विच कोई प्रॉब्लम है जिस नाल रिडक्शन लिख तो छोटी है, ठीक है। तो जे लोअर लिम्ब का वर्ड आ रहा है तो दैट मींस की गल हो रही है तुहाडे लेग्स की गल हो रही है, बच्चे की गल हो रही है, किहड़े पार्ट की गल हो रही है, लेग्स की गल हो रही है। नेक्स्ट ADHD, अटेंशन डिफिकल्ट हाइपर एक्टिविटी डिसऑर्डर, ठीक है ना। अटेंशन डिफिकल्ट हाइपर एक्टिविटी डिसऑर्डर। देखो अटेंशन डिफिकल्ट, अटेंशन का मतलब पहली गल तुहाडे पेपर दे विच क्वेश्चन आ सकता है कि ADHD की फुल फॉर्म की है, ठीक है। तो की फुल फॉर्म है अटेंशन डेफिसिट, डेफिसिट बोलते वैसे में अटेंशन डेफिसिट हाइपर एक्टिविटी डिसऑर्डर, डेफिसिट हाइपर एक्टिविटी डिसऑर्डर। इहदे विच की हुंदा है बच्चे दा आई कांटेक्ट बिल्कुल जीरो हुंदा है, ਇਹਦੇ ਵਿੱਚ ਬੱਚੇ ਦਾ ਆਈ ਕਾਂਟੈਕਟ ਬਹੁਤ ਜ਼ੀਰੋ ਹੁੰਦਾ ਹੈ, ਉਹ ਬੜਾ ਹਾਈਪਰ ਹੋ ਜਾਂਦਾ ਹੈ, ਬੜਾ ਜਲਦੀ ਹਾਈਪਰ ਹੋ ਜਾਂਦਾ ਹੈ, ਬੜੀ ਜਲਦੀ ਗੁੱਸਾ ਆਉਂਦਾ ਉਹਨੂੰ, ਠੀਕ ਹੈ, ਆਈ ਕਾਂਟੈਕਟ ਨਹੀਂ ਕਰ ਪਾਉਂਦਾ, ਠੀਕ ਹੈ, ਵਿਜ਼ੂਅਲ ਉਹਦਾ ਜਿਹੜਾ ਆਈ ਕਾਂਟੈਕਟ ਪ੍ਰੋਪਰ ਨਹੀਂ ਹੋ ਪਾਉਂਦਾ, ਕੌਨਫੀਡੈਂਸ ਲੈਵਲ ਬਹੁਤ ਘੱਟ ਹੁੰਦਾ ਹੈ, ਠੀਕ ਹੈ। ਜਿਵੇਂ ਪੰਜਾਬੀ ਦੇ ਆਪਾਂ ਯੂਜ਼ ਕਰਦੇ ਹਾਂ, ਸਿਰਫ ਐਗਜ਼ਾਮਪਲ ਦੇ ਰਿਹਾ ਕਿ ਪੰਜਾਬੀਆਂ ਦੀ ਵਰਡ ਯੂਜ਼ ਕਰਦੇ ਆ ਕਿ ਇਹਨਾਂ ਨੂੰ ਕਿਤੇ ਵੀ ਬਹਾ ਦਿਓ, ਘਾਹ 'ਚ ਬਿਠਾ ਦਿਓ, ਸਾਰਾ ਘਾਹ ਵੱਢ ਦੇਣਗੇ ਬੈਠੇ ਬੈਠੇ, ठीक है। पर ਆਪਾਂ ਨੂੰ ਪ੍ਰੋਬਲਮ ਨਹੀਂ ਹੈਗੀ ADHD ਦੀ, ਪਰ ਇਹ ਜਿਹੜੇ ਬੱਚੇ ADHD ਵਾਲੇ ਹੈਗੇ ਆ ਇਹ ਬੱਚੇ ਟਿੱਕੇ ਨਹੀਂ ਬੈਠਣਗੇ, ठीक है, कुछ ना कुछ करते रहेंगे। पेपर क्वेश्चन भी आया हुआ है कई पेपरों के विच कि एक बच्चा कोई ना कोई एक्टिविटी कदे पेन नूं इस तरह कर रहा है, कदे नाल दे नाल पंगे ले रहा है, कदे इस तरह कर रहा है वारी वारी, कदे वारी वारी इस तरह ही कर रहा है, कोई ना कोई एक्टिविटीज कर रहा है, टिक के नहीं बैठ रहा, तो उन्होंने केड़ी प्रॉब्लम हैगी है ADHD। सेकंड गल उन्होंने क्वेश्चन आना होता है कि ADHD लर्निंग डिसेबिलिटी है, नहीं, ADHD लर्निंग डिसेबिलिटी बच्चे नहीं हैगी, पर ADHD लर्निंग डिसेबिलिटी का कारण हो सकती है। ध्यान नाल समझ लो, ADHD लर्निंग डिसेबिलिटी नहीं हैगी, पर ADHD ਜਿਹੜੀ ਹੈਗੀ ਹੈ ਲਰਨਿੰਗ ਡਿਸੇਬਿਲਿਟੀ ਦਾ ਕਾਰਨ ਹੋ ਸਕਦੀ ਹੈ। ਤਾਂ ਦੇਖੋ ਅੱਜ ਬੱਚੇ ਅਸੀਂ ਡੀਫਾਰਮਿਟੀਜ਼ ਵਾਲੇ ਕਨਸੈਪਟ ਨੂੰ ਪ੍ਰੋਪਰ ਖਤਮ ਕਰ ਲਿਆ। ਇਸ ਤੋਂ ਇਲਾਵਾ ਆਪਾਂ ਨੂੰ ਨਹੀਂ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਹੋਰ ਕੋਈ ਪ੍ਰੋਬਲਮ ਆ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡੇ ਐਗਜ਼ਾਮ ਦੇ ਵਿੱਚ ਇਸ ਟੌਪਿਕ ਨਾਲ ਰਿਲੇਟਡ ਹੋਰ ਕੋਈ ਪ੍ਰੋਬਲਮ ਆ ਸਕਦੀ ਹੈ। ਆਪਣੀਆਂ ਫਿਜ਼ੀਕਲ ਡੀਫਾਰਮਿਟੀ ਸਾਰੀਆਂ ਹੋ ਗਈਆਂ, ਹੁਣ ਰਹਿ ਗਈਆਂ ਪੋਸਚਰ डिफॉर्मिटी। साडे नेक्स्ट वीडियोस दे विच तुहानूं तुहाडीआं पोस्चर डिफॉर्मिटी सारियां वन बाय वन तुहानूं मिल जाणगीआं, ठीक है। उस तो बाद आपां कोई नवा टॉपिक शुरू करांगे जिहदे नाल जिहड़ा तुहाडे पेपर दे पॉइंट ऑफ व्यू नाल ज़्यादा इंपॉर्टेंट होएगा। थैंक यू वेरी मच। जिन्हां ने बच्चे हजे तक सबसक्राइब नहीं किया तो प्लीज़ सबसक्राइब करो, शेयर करो, वध तो वध बच्चों नूं शेयर करो ताकि हर एक बच्चा इस कोर्स का, इस वीडियोस का बेनिफिट ले सके। थैंक यू वेरी मच।